ਕੱਲ ਉਸ ਜਹੀਨ ਫਕੀਰ ਕੋਲੋਂ ਪ੍ਰੋਫੈਸਰ ਨੇ ਪੁੱਛਿਆ ਸੀ, ਧਿਆਨ ਕੀ ਹੈ? ਤੇ ਉਸ ਫਕੀਰ ਨੇ ਕਿਹਾ ਸੀ, ਪਹਿਲਾਂ ਆਪਣੇ ਚਿੱਤ ਨੂੰ ਖਾਲੀ ਕਰ, ਕਿਉਂਕਿ ਵਿਚਾਰ ਦੇ ਤਲ 'ਤੇ ਤੂੰ ਧਿਆਨ ਨੂੰ ਨਹੀਂ ਸਮਝ ਸਕਦਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਕੁਛ ਕੁ ਐਸਾ ਹੈ ਜਿਹੜਾ ਤੁਸੀਂ ਵਿਚਾਰ ਦੇ ਤਲ 'ਤੇ ਨਹੀਂ ਸਮਝ ਸਕਦੇ, ਬੁੱਧੀ ਦੁਆਰਾ ਨਹੀਂ ਸਮਝ ਸਕਦੇ। ਹੋ ਕੇ ਸਮਝ ਸਕਦੇ ਹੋ। ਜਿਹੜੇ ਹੋ ਗਏ ਸਨ ਉਪਲਬਧ, ਧਿਆਨ ਨੂੰ ਜਾਣ ਲਿਆ ਸੀ ਰਸ, ਉਹ ਫਿਰ ਦੱਸ ਨਹੀਂ ਸਕੇ ਹੈ। ਦੇਖੋ ਕਮਾਲ ਦੀ ਗੱਲ, ਕਿਉਂਕਿ ਇਹ ਨਾ ਦੱਸਿਆ ਜਾ ਸਕਦਾ ਹੈ, ਨਾ ਹੀ ਸਮਝਿਆ ਜਾ ਸਕਦਾ ਹੈ। ਕਹਿੰਦੇ ਨਾ, ਗੂੰਗਾ ਸ਼ੱਕਰ ਖਾ ਕੇ ਮੁਸਕਰਾਉਂਦਾ ਹੈ, ਤੇ ਮੁਸਕਰਾਹਟ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਸਵਾਦਿਸ਼ਟ ਚੀਜ਼ ਇਹਨੇ ਖਾਧੀ ਹੋਵੇਗੀ, ਪਰ ਦੱਸ ਨਹੀਂ ਸਕਦਾ ਕਿਉਂਕਿ ਗੂੰਗਾ ਹੈ ਨਾ। ਪਰ ਖਿਆਲ ਵਿੱਚ ਰੱਖਿਓ, ਉਹ ਤੇ ਫਿਰ ਵੀ ਇਸ਼ਾਰੇ ਦੁਆਰਾ ਦੱਸ ਸਕਦਾ ਹੈ ਵੀ ਮੈਂ ਕਿਹੜੀ ਚੀਜ਼ ਖਾਧੀ ਹੈ। ਪਰ ਇਹ ਜੋ ਖਾਂਦਾ ਹੈ ਨਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓਂ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੂਜਣ। ਇਹ ਰੱਬ ਦਾ ਸਵਾਦ, ਇਹ ਇਸ਼ਾਰੇ ਦੇ ਨਾਲ ਵੀ ਨਹੀਂ ਦੱਸਿਆ ਜਾਂਦਾ। ਇਹ ਸਵਾਦ ਹੀ ਐਸਾ ਹੈ, ਦੱਸਣਾ ਵੀ ਔਖਾ ਹੈ, ਸਮਝਣਾ ਵੀ ਔਖਾ ਹੈ। ਤੇ ਧਿਆਨ ਨੂੰ ਦੱਸਣਾ ਤੇ ਔਖਾ ਹੈ ਹੀ, ਪਰ ਧਿਆਨ ਨੂੰ ਵਿਚਾਰ ਦੁਆਰਾ ਸਮਝਿਆ ਵੀ ਨਹੀਂ ਜਾ ਸਕਦਾ, ਕਿਉਂਕਿ ਧਿਆਨ ਉੱਥੇ ਘਟਦਾ ਹੈ ਜਿੱਥੇ ਵਿਚਾਰ ਨਹੀਂ ਹੁੰਦੇ ਹਨ। ਤੇ ਸਮਝੋਗੇ ਕਿਵੇਂ? ਤੇ ਵਿਚਾਰਾਂ ਤੋਂ ਮੁਕਤ ਹੋਣਾ ਹੈ, ਅੰਦਰੋਂ ਖਾਲੀ ਹੋਣਾ। ਫਿਰ ਤੁਸੀਂ ਇਹ ਪੁੱਛੋ ਵੀ ਖਾਲੀ ਕਿਵੇਂ ਹੋਣਾ? ਇਹੋ ਹੀ ਦੱਸਿਆ ਜਾਂਦਾ ਹੈ ਰੋਜ਼। ਅੱਜ ਫਿਰ ਤੁਹਾਨੂੰ ਮੈਂ ਇੱਕ ਬਹੁਤ ਹੀ ਸਰਲ ਤੇ ਸਹਿਜ ਤਰੀਕਾ ਦੱਸਦਾ ਹਾਂ ਵਿਚਾਰਾਂ ਤੋਂ ਮੁਕਤ ਹੋਣ ਦਾ। ਹੁਣ ਤੁਸੀਂ ਇਹ ਖਿਆਲ ਕਰੋ ਵੀ ਤੁਸੀਂ ਤਕਰੀਬਨ ਜ਼ਿਆਦਾ ਵਿਚਾਰ ਉਹ ਕਰਦੇ ਹੋ ਜਿਨ੍ਹਾਂ ਵਿਚਾਰਾਂ ਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਤੁਹਾਡੇ ਕੰਮ ਦੇ ਨਹੀਂ ਹਨ। ਅਗਰ ਨਾ ਕਰੋ ਤਾਂ ਉਹਨਾਂ ਤੋਂ ਬਗੈਰ ਸਰ ਸਕਦਾ ਹੈ। ਪਹਿਲਾਂ ਇੱਥੋਂ ਕੰਮ ਸ਼ੁਰੂ ਕਰੋ। ਤੁਸੀਂ ਖਿਆਲ ਕਰੋ ਵੀ ਕਿੰਨਾ ਤੁਸੀਂ ਸੋਚਦੇ ਹੋ, ਅਕਾਰਨ ਹੀ ਕਿੰਨਾ ਵਿਚਾਰਦੇ ਹੋ, ਕਿਉਂ ਵਿਚਾਰ ਰਹੇ ਹੋ। ਇਹੋ ਹੀ ਆਦਤ ਹੈ, ਵਿਚਾਰ ਕਰ ਕਰਕੇ ਵਿਚਾਰ ਕਰ ਕਰਕੇ ਵਿਚਾਰ ਕਰਨ ਦੀ ਆਦਮੀ ਦੀ ਆਦਤ ਬਣ ਗਈ ਹੈ। ਤੇ ਵਿਚਾਰ ਹੀ ਤੁਹਾਡੇ ਅੰਦਰ ਭਾਵ ਹੈ। ਇਹੋ ਹੀ ਅਜੋਕੇ ਸਮੇਂ 'ਚ ਇੱਕ ਸਮੱਸਿਆ ਆ ਰਹੀ ਹੈ
ਵੀ ਬਚਪਨ 'ਚ ਹੀ ਬੱਚਾ ਵਿਚਾਰਾਂ ਦੇ ਨਾਲ ਜ਼ਿਆਦਾ ਭਰ ਰਿਹਾ ਹੈ। ਪੁਰਾਣੇ ਸਮਿਆਂ ਦੇ ਵਿੱਚ ਗੁਰੂਕੁਲਾਂ ਦੇ ਵਿੱਚ ਬੱਚੇ ਪੜ੍ਹਦੇ ਸਨ। ਉੱਥੇ ਉਹਨਾਂ ਦੇ ਜੀਵਨ ਨਿਰਵਾਹ ਬਾਰੇ ਹੀ ਦੱਸਿਆ ਜਾਂਦਾ ਸੀ। ਜੋ ਜ਼ਰੂਰੀ ਹੈ, ਜਿਹਦੇ ਦੁਆਰਾ ਤੁਸੀਂ ਜੀਵਨ ਦਾ ਨਿਰਵਾਹ ਕਰਨਾ ਹੈ, ਉਪਜੀਵਕਾ ਕਮਾਉਣੀ ਹੈ, ਕੰਮ ਕਰਨਾ ਹੈ, ਉਹਨਾਂ ਕੀ ਉਸ ਤੋਂ ਵੱਧ ਵਿਚਾਰਾਂ ਦੇ ਵਿੱਚ ਨਹੀਂ ਸੀ ਪਾਇਆ ਜਾਂਦਾ ਅਤੇ ਉਹਨਾਂ ਨੂੰ ਖਾਲੀ ਹੋਣ ਬਾਰੇ ਵੀ ਦੱਸਿਆ ਜਾਂਦਾ ਸੀ। ਪਰ ਅਜੋਕੇ ਸਮੇਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਹੀ ਬੱਚੇ ਬਹੁਤ ਜ਼ਿਆਦਾ ਵਿਚਾਰਾਂ ਦੇ ਵਿੱਚ ਜਾ ਰਹੇ ਹਨ। ਆ ਸੋਸ਼ਲ ਮੀਡੀਆ ਦੁਆਰਾ ਤੇ ਹੋਰ ਜ਼ਿਆਦਾ ਵਿਚਾਰ ਚੱਲ ਰਹੇ ਹਨ। ਹੁਣ ਛੋਟੀ ਉਮਰ ਦੇ ਵਿੱਚ ਜਿਹੜਾ ਬੱਚਾ ਇੰਨਾ ਸੋਚ ਰਿਹਾ ਹੈ, ਇੰਨੀ ਜ਼ਿਆਦਾ ਵਿਚਾਰ ਚੱਲ ਰਹੇ ਹਨ। ਹੁਣ ਕਈ ਬੱਚੇ ਹਨ ਬਹੁਤ ਰਾਤ ਤੱਕ ਸੌਂਦੇ ਨਹੀਂ ਹਨ। ਇਹਦੇ ਬੁਢੇਪੇ ਦੇ ਵਿੱਚ ਹੋਣਾ ਚਾਹੀਦਾ ਸੀ ਵੀ ਆਦਮੀ ਨੂੰ ਨੀਂਦ ਨਹੀਂ ਆਉਂਦੀ ਹੈ, ਵਿਚਾਰਾਂ ਦੇ ਵਿੱਚ ਪਿਆ ਹੋਇਆ। ਬਚਪਨ 'ਚ ਐਸਾ ਹੋ ਰਿਹਾ ਹੈ ਤੇ ਅੱਗੇ ਜਾ ਕੇ ਇਹ ਬੱਚਾ ਵਿਕਸਿਤ ਹੋਵੇਗਾ ਜਿਹੜਾ ਹੁਣ ਤੋਂ ਹੀ ਇੰਨਾ ਜ਼ਿਆਦਾ ਵਿਚਾਰ ਕਰ ਰਿਹਾ ਹੈ। ਅਗਰ ਵਿਚਾਰਾਂ ਨੂੰ ਕੰਟਰੋਲ ਨਾ ਕੀਤਾ ਤੇ ਆਉਣ ਵਾਲੀ ਜਿਹੜੀ ਇਹ ਪੀੜ੍ਹੀ ਹੈ ਨਾ, ਜਵਾਨ ਹੋ ਰਹੀ ਹੈ, ਆਉਣ ਵਾਲਾ ਸਮੇਂ ਹੈ, ਇਹਦੇ ਵਿੱਚ ਲੋਕ ਜ਼ਿਆਦਾ ਵਿਕਸਿਤ ਹੋਣਗੇ ਵਿਚਾਰਾਂ ਦੇ ਵਿੱਚ, ਅਤੇ ਸਰੀਰਕ ਬਿਮਾਰੀਆਂ ਤਾਂ ਬਹੁਤ ਘੱਟ ਹੋਣਗੀਆਂ ਹੀ। ਚਲੋ ਸਰੀਰ ਤਾਂ ਹੈ ਹੀ, ਉਹਦੀਆਂ ਬਿਮਾਰੀਆਂ ਵੀ ਹੈ, ਪਰ ਮਾਨਸਿਕ ਬਿਮਾਰੀ ਜ਼ਿਆਦਾ ਘਾਤਕ ਹੋ ਜਾਵੇਗੀ। ਵਿਕਸਿਤ ਹੋਣਗੇ ਲੋਕ ਅਤੇ ਮਾਨਸਿਕ ਰੋਗਾਂ ਦੇ ਡਾਕਟਰ ਜ਼ਿਆਦਾ ਹੋਣਗੇ ਸਰੀਰਕ ਰੋਗਾਂ ਨਾਲੋਂ, ਕਿਉਂਕਿ ਮਨ ਜਿੰਨਾ ਚੱਲ ਰਿਹਾ ਹੈ ਨਾ, ਓਨਾ ਹੀ ਇਹ ਭਰ ਰਿਹਾ ਹੈ ਵਿਚਾਰਾਂ ਨਾਲ, ਅਤੇ ਇਹਦੀ ਆਦਤ ਬਣ ਰਹੀ ਹੈ ਚੱਲਣ ਦੀ। ਹੋਣਾ ਤਾਂ ਇਉਂ ਚਾਹੀਦਾ ਹੈ ਵੀ ਬੱਚਿਆਂ ਨੂੰ ਉਹ ਹੀ ਵਿਚਾਰ ਕਰਨ ਵਾਸਤੇ ਕਹਿਣਾ ਚਾਹੀਦਾ ਹੈ ਜਿਹੜੇ ਵਿਚਾਰ ਦੁਆਰਾ ਉਹਨਾਂ ਦੀ ਅੱਗੇ ਜ਼ਿੰਦਗੀ ਚੱਲਣੀ ਹੈ, ਉਪਜੀਵਕਾ ਕਮਾਉਣੀ ਹੈ। ਜੀਵਨ ਦੇ ਨਿਰਵਾਹ ਵਾਸਤੇ ਜ਼ਰੂਰੀ ਗੱਲਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ, ਤੁਸੀਂ ਯਾਦ ਰੱਖੋ। ਬਾਕੀ ਯਾਦ ਰੱਖਣ ਦੀ ਕੀ ਲੋੜ ਹੈ? ਸਾਰੇ ਸੰਸਾਰ ਨੂੰ ਜਾਣਨਾ ਜ਼ਰੂਰੀ ਥੋੜ੍ਹੀ। ਪਰ ਅਜੋਕੇ ਸਮੇਂ 'ਚ ਇਹ ਬਹੁਤ ਵੱਡੀ ਬਿਮਾਰੀ ਹੈ, ਫੈਲ ਰਹੀ ਹੈ। ਕਿਹਾ ਵੀ ਜਾ ਰਿਹਾ ਹੈ ਵੀ ਤੁਹਾਨੂੰ ਹਰ ਪੱਖ ਦੀ ਨੌਲੇਜ ਹੋਣੀ ਚਾਹੀਦੀ ਹੈ। ਕਿਉਂ ਹੋਣੀ ਚਾਹੀਦੀ ਹਰ ਪੱਖ ਦੀ ਨੌਲੇਜ? ਕਿੰਨੇ ਪੱਖ ਹਨ, ਅਗਰ ਤੁਸੀਂ ਕੋਸ਼ਿਸ਼ ਵੀ ਕਰੋ ਤਾਂ ਵੀ ਨੌਲੇਜ ਰੱਖ ਨਹੀਂ ਸਕਦੇ ਹੋ। ਬਹੁਤ ਕਠਿਨ ਹੈ ਇੰਨੀ ਜਾਣਕਾਰੀ, ਪਰ ਲੋਕ ਇਕੱਠੀ ਕਰ ਰਹੇ ਹਨ, ਰੱਖ ਰਹੇ ਹਨ, ਅਤੇ ਸਿਮਰਤੀ ਦਾ ਵਿਕਾਸ ਹੋ ਜਾਂਦਾ ਹੈ। ਫਿਰ ਖਿਆਲ ਵਿੱਚ ਰੱਖਣਾ, ਜਿੰਨੀ ਸਿਮਰਤੀ ਦਾ ਜ਼ਿਆਦਾ ਵਿਕਾਸ ਹੋ ਜਾਂਦਾ, ਯਾਦਾਸ਼ਤ ਵੱਧ ਜਾਂਦੀ ਹੈ ਨਾ, ਓਨੀ ਹੀ ਬੁੱਧੀ ਘਟ ਜਾਂਦੀ ਹੈ। ਅਤੇ ਯਾਦਾਸ਼ਤ ਵਧਾ ਰਹੇ ਹਨ ਅਜੋਕੇ ਸਮੇਂ 'ਚ ਲੋਕ। ਕਈ ਬੱਚੇ ਕਹਿੰਦੇ ਵੀ ਹਨ ਨਾ ਸਾਨੂੰ ਯਾਦ ਨਹੀਂ ਰਹਿੰਦਾ, ਤਾਂ ਉਹਨਾਂ ਨੂੰ ਡਾਕਟਰ ਦੱਸਦੇ ਹਨ ਵੀ ਯਾਦਾਸ਼ਤ ਵਧਾਉਣ ਵਾਸਤੇ ਕਿਹੜੀ ਮੈਡੀਸਨ ਲੈਣੀ ਹੈ, ਜਾਂ ਦੇਸੀ ਨੁਸਖੇ ਵੀ ਕਈ ਅਜਮਾਉਂਦੇ ਹਨ ਯਾਦਾਸ਼ਤ ਵਧਾਉਣ ਵਾਸਤੇ। ਉਹ ਤਾਂ ਵੱਧ ਜਾਂਦੀ ਹੈ ਸਿਮਰਤੀ, ਬਹੁਤ ਕੁਝ ਯਾਦ ਹੋ ਜਾਂਦਾ ਹੈ। ਪੁਰਾਣੇ ਸਮਿਆਂ 'ਚ ਹੁੰਦਾ ਹੀ ਸੀ ਨਾ, ਪੰਡਤ ਸਾਰੇ ਹੀ ਸ਼ਾਸਤਰ ਯਾਦ ਕਰ ਲੈਂਦੇ ਸਨ ਬ੍ਰਾਹਮਣ।
ਪਰ ਸ਼ਾਸਤਰ ਯਾਦ ਕਰਕੇ ਸਿਮਰਤੀ ਤੇ ਬਹੁਤ ਵੱਧ ਗਈ, ਪਰ ਗਿਆਨ ਥੋੜ੍ਹੀ ਹੋਇਆ। ਕਹਿੰਦੇ ਹਨ ਰਾਵਣ ਨੂੰ ਚਾਰੇ ਵੇਦ ਯਾਦ ਸਨ, ਤੇ ਰਿਹਾ ਮੂੜ ਦਾ ਮੂੜ ਹੀ। ਕਿਉਂਕਿ ਯਾਦ ਹੋਣ ਨਾਲ ਸਾਰੇ ਹੀ ਸਿਮਰਤੀ ਤੇ ਵੱਧ ਗਈ, ਪਰ ਬੋਧ ਛੀਣ ਹੋ ਗਿਆ। ਤੇ ਜਿੰਨੀ ਸਿਮਰਤੀ ਜ਼ਿਆਦਾ ਹੋਵੇਗੀ, ਜ਼ਿਆਦਾ ਤੁਸੀਂ ਯਾਦ ਕਰੋਗੇ, ਵਿਚਾਰਾਂ ਨੂੰ ਇਕੱਠੇ ਕਰੀ ਜਾਓਗੇ, ਸੋਚੀ ਜਾਓਗੇ, ਓਨੇ ਹੀ ਤੁਸੀਂ ਵਿਚਾਰਾਂ ਦੇ ਨਾਲ ਭਰਦੇ ਜਾਓਗੇ ਤੇ ਜਾਗਰੂਪ ਨਹੀਂ ਹੋਊਗੇ। ਤੇ ਜਾਗਰੂਪ ਹੋਣ ਵਾਸਤੇ ਸੋਚਣਾ ਘੱਟ ਹੈ, ਵਿਚਾਰਨਾ ਘੱਟ। ਓਨਾ ਹੀ ਵਿਚਾਰੋ ਜਿੰਨਾ ਜ਼ਰੂਰਤ ਹੈ, ਓਨਾ ਹੀ ਸੋਚੋ ਜਿੰਨਾ ਬਹੁਤ ਜ਼ਰੂਰੀ ਹੈ, ਓਨਾ ਹੀ ਬੋਲੋ ਜਿੰਨਾ ਜ਼ਰੂਰੀ ਹੈ, ਓਨਾ ਹੀ ਸੁਣੋ ਜਿੰਨਾ ਜ਼ਰੂਰੀ। ਇੰਨਾ ਤੇ ਕਰ ਹੀ ਸਕਦੇ ਹੋ ਨਾ, ਇੰਨਾ ਕੁ ਸੰਜਮ ਕਰ ਲਓ ਵੀ ਜਿੰਨਾ ਜ਼ਰੂਰੀ ਹੈ ਜੀਵਨ ਦੇ ਨਿਰਵਾਹ ਵਾਸਤੇ ਓਨਾ ਸੋਚੋ। ਇਹੋ ਹੀ ਕਿਹਾ ਹੈ ਨਾ, ਸਿਮਰਨ ਕਰਨ ਦਾ ਕੀ ਭਾਵ ਹੁੰਦਾ ਹੈ। ਕਹਿੰਦੇ ਸਿਮਰਨ ਕਰੋ ਪਰਮਾਤਮਾ ਦਾ, ਉਹਦਾ ਭਾਵ ਹੁੰਦਾ ਸੰਸਾਰ ਦਾ ਸਿਮਰਨ ਨਾ ਕਰੋ, ਚੇਤੇ ਨਾ ਕਰੋ ਸੰਸਾਰ ਨੂੰ। ਜਿੰਨਾ ਸੰਸਾਰ ਨੂੰ ਚੇਤੇ ਕਰਦੇ ਹੋ, ਸੰਸਾਰ ਚਿੱਤ ਵਿੱਚ ਵਸ ਰਿਹਾ ਹੈ, ਤੁਹਾਡੇ ਝੂਠ ਵਸ ਰਿਹਾ ਹੈ। ਹੁਣ ਦੇਖੋ ਤੁਸੀਂ, ਸੰਸਾਰ ਤੇ ਮਰ ਰਿਹਾ ਹੈ, ਪਰ ਮਰੇ ਹੋਏ ਸੰਸਾਰ ਦੇ ਜਿਹੜੀ ਵਿਚਾਰ ਹਨ ਨਾ, ਉਹ ਤੁਹਾਡੇ ਅੰਦਰ ਭਰ ਜਾਂਦੇ ਹਨ। ਉਹਨੂੰ ਹੀ ਕੂੜ ਕਿਹਾ ਹੈ। ਅੱਜ ਤੇ ਮਰ ਜਾਵੇਗਾ, ਮਰ ਰਿਹਾ ਹੈ, ਪਰ ਅੱਜ ਦੀ ਜੋ ਵਿਚਾਰਧਾਰਾ ਹੈ ਉਹ ਤੁਹਾਡੇ ਅੰਦਰ ਜੀਵਤ ਰਹਿੰਦੀ ਹੈ। ਸਮੇਂ ਤੇ ਮਰ ਗਿਆ, ਸੰਸਾਰ ਵੀ ਮਰ ਗਿਆ, ਅੱਜ ਦਾ ਦਿਨ ਵੀ ਮਰ ਗਿਆ, ਪਰ ਵਿਚਾਰ ਰਹਿ ਗਏ, ਸੋਚ ਰਹਿ ਗਈ। ਉਹ ਮਰੀ ਹੋਈ ਸੋਚ ਉਹ ਹੀ ਕੂੜ ਹੈ ਕਿ ਕੂੜੈ ਟੁੱਟੇ ਪਾਰ। ਤੇ ਸੰਸਾਰ ਨੂੰ ਜਿੰਨਾ ਤੁਸੀਂ ਸੋਚਦੇ ਹੋ ਓਨਾ ਇਹਦੇ ਨਾਲ ਜੁੜਦੇ ਜਾਂਦੇ ਹੋ, ਨਾਲੇ ਵੈਸੇ ਹੀ ਹੁੰਦੇ ਜਾਂਦੇ ਹੋ। ਝੂਠ ਦੇ ਨਾਲ ਜੁੜ ਕੇ ਝੂਠ ਹੀ ਹੋ ਰਹੇ ਹੋ, ਝੂਠੀ ਹੀ ਵਿਚਾਰਧਾਰਾ ਤੁਹਾਡੇ ਅੰਦਰ ਚੱਲ ਰਹੀ ਹੈ, ਉਹਦੇ ਨਾਲ ਹੀ ਭਰ ਰਿਹਾ ਹੈ ਸਿਮਰਤੀ। ਉਹਨੂੰ ਹੀ ਸੋਚਦੇ ਰਹਿੰਦੇ ਹੋ, ਇਹੋ ਹੀ ਰਾਤ ਨੂੰ ਸੁਪਨੇ ਆਉਂਦੇ ਰਹਿੰਦੇ ਹਨ। ਤੇ ਜੋ ਵਿਚਾਰ ਕਰ ਰਹੇ ਹੋ, ਤੁਸੀਂ ਸੋਚ ਰਹੇ ਹੋ ਸੰਸਾਰ ਬਾਰੇ, ਇਹ ਸੋਚਣ ਤੋਂ ਹਟਣਾ ਹੈ। ਸਾਰਾ ਉਪਦੇਸ਼ ਪਰਮ ਪੁਰਖਾਂ ਦਾ, ਭਾਵੇਂ ਬਾਬੇ ਨਾਨਕ ਨੇ ਦਿੱਤਾ ਹੋਵੇ, ਭਾਵੇਂ ਪਿੱਛੇ ਦਿੱਤਾ ਹੋਵੇ, ਜਿੰਨੇ ਵੀ ਜਾਣਿਆ, ਉਹਨੇ ਇਹੋ ਹੀ ਕਿਹਾ ਹੈ ਵੀ ਸੰਸਾਰ ਦੀ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਸਿਮਰਨ ਕਿਉਂ ਕਰਨਾ ਹੈ, ਧਿਆਨ ਕਿਉਂ ਕਰਨਾ ਹੈ, ਪੁੱਛੋ। ਸੰਸਾਰ ਦੀ ਵਿਚਾਰਧਾਰਾ ਤੋਂ ਮੁਕਤ ਹੋਣ ਵਾਸਤੇ ਕਰਨਾ ਹੈ ਨਾ, ਵਿਚਾਰਾਂ ਤੋਂ ਮੁਕਤ ਹੋਣ ਵਾਸਤੇ। ਤੇ ਵਿਚਾਰ ਤੇ ਸੰਸਾਰ ਦੇ ਹੀ ਹਨ, ਪਰਮਾਤਮਾ ਦਾ ਕੋਈ ਵਿਚਾਰ ਨਹੀਂ ਹੁੰਦਾ ਹੈ। ਪਰਮਾਤਮਾ ਬਾਰੇ ਵਿਚਾਰ ਕਰਨਾ ਵੀ ਨਹੀਂ ਹੈ, ਕਿਉਂਕਿ ਪਰਮਾਤਮਾ ਤੇ ਵਿਚਾਰਾਂ 'ਚ ਆਉਂਦਾ ਹੀ ਨਹੀਂ ਹੈ। ਵਿਚਾਰਾਂ ਤੋਂ ਮੁਕਤ ਹੋਣਾ ਹੈ। ਫਿਰ ਇਹ ਧਾਰਮਿਕ ਲੋਕ ਦੱਸਦੇ ਨਹੀਂ ਹਨ। ਧਾਰਮਿਕ ਲੋਕ ਤੇ ਜ਼ਿਆਦਾ ਵਿਚਾਰਾਂ 'ਚ ਪਾਉਂਦੇ, ਉਹ ਕਹਿੰਦੇ ਪਰਮਾਤਮਾ ਦਾ ਵਿਚਾਰ ਕਰਨਾ ਹੈ। ਉਹ ਸੋਚ ਰਹੇ ਹਨ ਪਰਮਾਤਮਾ ਬਾਰੇ, ਉਹ ਸਗੋਂ ਜ਼ਿਆਦਾ ਵਿਚਾਰਧਾਰਾ 'ਚ ਉਲਝ ਜਾਂਦੇ ਹਨ। ਤੇ ਸੰਸਾਰ ਦੀ ਵਿਚਾਰਧਾਰਾ ਤੋਂ ਮੁਕਤ ਹੋਣ ਵਾਸਤੇ ਸਿਮਰਨ ਕਰਨਾ, ਧਿਆਨ ਕਰਨਾ, ਸੁਰਤ ਜੋੜਨੀ ਹੈ ਸ਼ਬਦ ਵਿੱਚ। ਤੇ ਬਹੁਤ ਤਰੀਕੇ ਦੱਸੇ ਗਏ ਹਨ, ਬਹੁਤ ਢੰਗ ਦੱਸੇ ਗਏ ਹਨ, ਬਹੁਤ ਵਿਧੀਆਂ ਦੱਸੀਆਂ ਗਈਆਂ ਹਨ। ਪਰ ਮੈਂ ਜੋ ਅਜੋਕੇ ਸਮੇਂ 'ਚ ਤੁਹਾਨੂੰ ਦੱਸ ਰਿਹਾ ਹਾਂ ਨਾ, ਮੈਂ ਕੱਲ੍ਹ ਵੀ ਕਿਹਾ ਸੀ ਵੀ ਹਰ ਯੁੱਗ ਦਾ ਮਾਰਗ ਅਲੱਗਾ ਹੁੰਦਾ ਹੈ। ਇਸ ਯੁੱਗ ਦਾ ਮਾਰਗ ਹੈ ਧਿਆਨ ਛੱਡਣਾ। ਤੁਸੀਂ ਜ਼ਿਆਦਾਤਰ ਸੁਣਦੇ ਹੋ ਧਿਆਨ ਕਰਨ ਵਾਸਤੇ, ਸਾਰੇ ਹੀ ਕਹਿੰਦੇ ਹਨ ਸਿਮਰਨ ਕਰਨ ਵਾਸਤੇ, ਨਾਮ ਜਪਣ ਵਾਸਤੇ। ਤੇ ਜਿੱਥੇ ਧਿਆਨ ਕਰਵਾਏ ਜਾਂਦੇ ਹਨ ਜਾਂ ਕਰਵਾ ਰਹੇ ਹਨ, ਉਹ ਧਿਆਨ ਕਰਨ ਵਾਸਤੇ ਤੁਹਾਨੂੰ ਕਹਿੰਦੇ ਹਨ। ਇਹੋ ਕਿਹਾ ਜਾਂਦਾ ਹੈ ਨਾ, ਕੋਈ ਪ੍ਰਚਾਰਕ ਨਹੀਂ ਕਹਿੰਦਾ ਹੈ ਵੀ ਧਿਆਨ ਸੰਸਾਰ ਦਾ ਛੱਡਣਾ ਹੈ, ਸੰਸਾਰ ਦੀ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ।
ਸੰਸਾਰ ਬਾਰੇ ਸੋਚਣਾ ਨਹੀਂ ਹੈ, ਕੋਈ ਕਹਿੰਦਾ ਹੈ ਤੁਹਾਨੂੰ? ਸੰਸਾਰ ਨੂੰ ਯਾਦ ਨਹੀਂ ਕਰਨਾ ਹੈ, ਕੋਈ ਕਹਿੰਦਾ ਹੈ? ਕੋਈ ਨਹੀਂ ਕਹਿ ਰਿਹਾ। ਪਰ ਧਿਆਨ ਲੱਗੂਗਾ ਕਿਵੇਂ? ਤੇ ਮੈਂ ਦੂਸਰੀ ਗੱਲ ਕਹਿ ਰਿਹਾ ਹਾਂ ਤੁਹਾਨੂੰ, ਜੋ ਜ਼ਿਆਦਾ ਮੌਲਿਕ ਹੈ, ਜ਼ਿਆਦਾ ਵਾਸਤਵਿਕ ਹੈ, ਜ਼ਿਆਦਾ ਸਹੀ ਹੋਵੇਗੀ ਤੁਹਾਨੂੰ ਅਗਰ ਤੁਸੀਂ ਖਿਆਲ ਕਰੋਗੇ ਤਾਂ ਜ਼ਿਆਦਾ ਉਪਯੋਗੀ ਹੈ ਅਜੋਕੇ ਸਮੇਂ 'ਚ, ਕਿਉਂਕਿ ਅਜੋਕੇ ਸਮੇਂ 'ਚ ਵਿਚਾਰਧਾਰਾ ਬਹੁਤੀ ਚੱਲ ਰਹੀ ਹੈ। ਅਤੇ ਮੈਂ ਕਹਿੰਦਾ ਹਾਂ ਵਿਚਾਰਾਂ ਤੋਂ ਤੁਸੀਂ ਮੁਕਤ ਹੋਣਾ ਸ਼ੁਰੂ ਹੋ ਜਾਓ, ਵਿਚਾਰਾਂ ਨੂੰ ਛੱਡਣਾ ਸ਼ੁਰੂ ਕਰ ਦਿਓ ਬਾਹਰ। ਬਹੁਤਾ ਸੋਚੋ ਨਾ ਸੰਸਾਰ ਬਾਰੇ, ਜੀਵਨ ਚੱਲੇਗਾ। ਮੈਂ ਕਹਿੰਦਾ ਹਾਂ ਤੁਹਾਨੂੰ ਚੱਲੇਗਾ। ਅਗਰ ਤੁਸੀਂ ਖਿਆਲ ਕਰੋ ਨਾ, ਪਰਮਾਤਮਾ ਨੇ ਦਿੱਤਾ ਹੋਇਆ ਜੀਵਨ ਤੁਹਾਨੂੰ ਰੋਜੀ ਰੋਟੀ ਦੇਵੇਗਾ। ਕਈ ਕਹਿੰਦੇ ਹਨ ਨਾ ਸੋਚਾਂਗੇ ਨਾ ਤੇ ਕਿਵੇਂ ਚੱਲੇਗਾ, ਨਹੀਂ ਚੱਲਦਾ ਹੈ ਬਿਨਾਂ ਸੋਚਿਆਂ। ਪਰਮਾਤਮਾ ਸਾਰਾ ਸੰਸਾਰ ਚਲਾ ਰਿਹਾ ਹੈ ਬਿਨਾਂ ਸੋਚਿਆਂ। ਦੇਖੋ ਤੁਸੀਂ ਕਮਾਲ ਦੀ ਗੱਲ, ਤੁਹਾਡੀ ਛੋਟੀ ਜਿਹੀ ਗ੍ਰਸਤੀ ਨਾ ਚੱਲੂਗੀ, ਤੁਹਾਡੇ ਵਾਸਤੇ ਭੋਜਨ ਨਾ ਮਿਲੂਗਾ। ਐਡਾ ਵੱਡਾ ਸੰਸਾਰ, ਹੁਣ ਪਰਮਾਤਮਾ ਕੋਈ ਸੋਚ ਕੇ ਥੋੜ੍ਹੀ ਚਲਾ ਰਿਹਾ ਸੰਸਾਰ, ਉਹ ਨਹੀਂ ਸੋਚਦਾ ਹੈ। ਜਿਹੜਾ ਵੀ ਉਹਦੇ ਨਾਲ ਜੁੜ ਜਾਂਦਾ ਹੈ, ਇਸ ਕਰਕੇ ਉਹ ਵੀ ਨਹੀਂ ਸੋਚਦਾ, ਉਹ ਪਰਮਾਤਮਾ ਜਿਹਾ ਹੋ ਜਾਂਦਾ। ਅਤੇ ਪਰਮਾਤਮਾ ਸੋਚਦਾ ਨਹੀਂ ਹੈ, ਬਿਨਾਂ ਸੋਚੇ ਸੰਸਾਰ ਚੱਲ ਰਿਹਾ ਹੈ, ਅਤੇ ਤੁਹਾਡਾ ਵੀ ਜੀਵਨ ਚੱਲੇਗਾ। ਤੁਸੀਂ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਅਤੇ ਇਹ ਸਾਰਿਆਂ ਨੂੰ ਅਜੋਕੇ ਸਮੇਂ 'ਚ ਉਪਯੋਗੀ ਹੈ ਸਾਧਨ, ਖਿਆਲ ਵਿੱਚ ਰੱਖੋ। ਮੈਂ ਕਹਿੰਦਾ ਹਾਂ ਵਿਚਾਰਾਂ ਤੋਂ ਤੁਸੀਂ ਮੁਕਤ ਹੋਣਾ ਸ਼ੁਰੂ ਹੋ ਜਾਓ, ਬਾਹਰੋਂ ਧਿਆਨ ਛੱਡਣਾ ਸ਼ੁਰੂ ਕਰ ਦਿਓ। ਧਿਆਨ ਆਪਣੇ ਆਪ ਲੱਗੇਗਾ। ਤੁਸੀਂ ਬਾਹਰੋਂ ਤਾਂ ਛੱਡੋ, ਇੱਕ ਕਦਮ ਤੁਸੀਂ ਪੱਟੋ ਬਾਹਰੋਂ ਅੰਦਰ ਨੂੰ, ਦੂਸਰਾ ਪੱਟ ਹੋਵੇਗਾ। ਖਿਆਲ ਵਿੱਚ ਰੱਖੋ। ਕਹਿੰਦੇ ਹਨ ਨਾ ਵੀ ਇੱਕ ਕਦਮ ਕੋਈ ਚੱਲਦਾ ਹੈ ਅਤੇ 1000 ਕਦਮ ਅੱਗੇ ਹੋ ਕੇ ਮਿਲਦਾ ਹੈ ਉਹਦਾ ਪਿਆਰਾ। ਐਸਾ ਹੀ ਹੁੰਦਾ।